ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ। ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬ ਹਰਿਆਣਾ ਹਿਮਾਚਲ ਤੇ ਹੋਰ ਸੂਬੇ ਦੇ ਨਾਲ ਜੁੜੀਆਂ ਕੁਝ ਖਬਰਾਂ ਦਿਖਾ ਦਿੰਨੇ ਆ ਫਟਾਫਟ ਅੰਦਾਜ਼ ਵਿੱਚ। ਦੇਸ਼ ਦੇ ਵਿੱਚ ਲਗਾਤਾਰ ਦੂਜੇ ਦਿਨ ਕੋਰੋਨਾ ਦੇ 60,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਨੇ ਤੇ 933 ਨੇ ਦਮ ਤੋੜ ਦਿੱਤਾ। ਦੇਸ਼ ਦੇ ਵਿੱਚ ਹੁਣ ਤੱਕ 42,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਪੰਜਾਬ ਦੇ ਵਿੱਚ ਕੋਰੋਨਾ ਦੀ ਖਤਰਨਾਕ ਰਫ਼ਤਾਰ ਜਾਰੀ ਹੈ। 24 ਘੰਟੇ ਦੇ ਵਿੱਚ 1,000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਨੇ ਤੇ 23 ਲੋਕਾਂ ਦੀ ਮੌਤ ਹੋਈ। ਲੁਧਿਆਣਾ, ਪਟਿਆਲਾ ਅਤੇ ਜਲੰਧਰ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ। ਫਤਿਆਬਾਦ ਦੇ ਰਹਿਣਖੇੜੀ ਪਿੰਡ ਦੇ ਵਿੱਚ ਇੱਕ ਕੋਰੋਨਾ ਮਰੀਜ਼ ਦੀ ਮੌਤ ਹੋ ਗਈ ਤੇ ਘਰ ਵਾਲਿਆਂ ਨੇ ਹੀ ਅੰਤਮ ਸੰਸਕਾਰ ਕਰ ਦਿੱਤਾ। ਪਿੰਡ ਨੂੰ ਸੀਲ ਕਰਕੇ ਸੰਸਕਾਰ ਦੇ ਵਿੱਚ ਸ਼ਾਮਿਲ ਹੋਏ ਲੋਕਾਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਖੁਦ ਨੂੰ ਕੁਆਰੰਟਾਈਨ ਕਰ ਲਿਆ। ਔਜਲਾ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਦਿਨੇਸ਼ ਬੱਸੀ ਦੇ ਸੰਪਰਕ ਦੇ ਵਿੱਚ ਆਏ ਸਨ, ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਜ਼ਹਿਰੀਲੀ ਸ਼ਰਾਬ ਕਾਰਨ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਸ਼ਖਸ ਦੀ ਮੌਤ ਹੋ ਗਈ। ਮ੍ਰਿਤਕ ਨੇ 5 ਅਗਸਤ ਨੂੰ 40 ਰੁਪਏ ਦੇ ਵਿੱਚ ਸ਼ਰਾਬ ਖਰੀਦੀ ਸੀ। ਸ਼ਰਾਬ ਕਾਂਡ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਤੋਂ ਬਾਅਦ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ। ਪੁਲਿਸ ਵੱਲੋਂ ਮੁੱਖ ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਸ਼ਰਾਬ ਮਾਮਲੇ ਦੇ ਵਿੱਚ ਪਿੰਡ ਪੰਡੋਰੀ ਦੇ ਪਿਓ ਪੁੱਤ ਨੂੰ ਵੀ ਗ੍ਰਿਫਤਾਰ ਕੀਤਾ ਹੈ। ਯਰਾਗਾਗਾ ਦੇ ਵਿੱਚ ਵਿਧਾਇਕ ਪਰਮਿੰਦਰ ਢੀਂਡਸਾ ਨੇ ਸ਼ਰਾਬ ਮਾਮਲੇ ਦੇ ਵਿੱਚ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਸ਼ਰਾਬ ਮਾਫੀਆ ਤੇ ਜੇ ਪਹਿਲਾਂ ਕਾਰਵਾਈ ਹੁੰਦੀ ਤਾਂ ਇਹ ਦੁਖਾਂਤ ਨਾ ਵਾਪਰਦਾ। ਰਾਜ ਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਪਲਟਵਾਰ ਕੀਤਾ। ਬਾਜਵਾ ਨੇ ਜਾਖੜ ਦੀ ਭੂਮਿਕਾ ਤੇ ਸਵਾਲ ਚੁੱਕਿਆ ਅਤੇ ਕਿਹਾ ਸ਼ਰਾਬ ਮਾਮਲੇ ਦੇ ਵਿੱਚ ਜਾਖੜ ਸਰਕਾਰ ਦਾ ਬਚਾਅ ਕਰ ਰਹੇ ਨੇ। ਫਿਲੌਰ ਦੇ ਪਿੰਡ ਫਤਿਹਪੁਰ, ਪੰਗਵਾ, ਮੰਡਾਲਾ ਤੇ ਹੋਰ ਕਈ ਪਿੰਡਾਂ ਚੋਂ ਗੁਜ਼ਰਦੇ ਸਤਲੁਜ ਦਰਿਆ ਦੇ ਵਿੱਚ ਇੱਕ ਵਾਰ ਫਿਰ ਤੋਂ ਮੱਛੀਆਂ ਮਰਨ ਦੇ ਖਬਰਾਂ ਆ ਰਹੀਆਂ ਨੇ। ਮੱਛੀਆਂ ਮਰਨ ਦਾ ਕਾਰਨ ਦਰਿਆ ਦੇ ਵਿੱਚ ਵਹਾਈ ਜਾ ਰਹੀ ਕੱਚੀ ਸ਼ਰਾਬ ਨੂੰ ਦੱਸਿਆ ਜਾ ਰਿਹਾ ਹੈ। ਜ਼ਹਿਰੀਲੀ ਸ਼ਰਾਬ ਦੇ ਨਾਲ ਪੰਜਾਬ ਦੇ ਸੈਂਕੜੇ ਲੋਕਾਂ ਦੇ ਮਰਨ ਤੋਂ ਬਾਅਦ ਹੁਣ ਮੱਛੀਆਂ ਮਰ ਰਹੀਆਂ ਨੇ। ਇਸ ਨੂੰ ਲੈ ਕੇ ਐਨਜੀਟੀ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੰਭੀਰ ਨੋਟਿਸ ਲਿਆ। ਉਹਨਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਤੇ ਉਹਨਾਂ ਕਿਹਾ ਕਿ ਦਰਿਆ ਦੇ ਵਿੱਚ ਜ਼ਬਤ ਕੀਤੀ ਗਈ ਸ਼ਰਾਬ ਡੋਲਣਾ ਗਲਤ ਹੈ। ਐਸਜੀਪੀਸੀ ਨੇ 267 ਪਾਵਨ ਸਰੂਪਾਂ ਦੇ ਚੋਰੀ ਹੋਣ ਦੇ ਮਾਮਲੇ ਦੇ ਵਿੱਚ ਚੱਲਦੀ ਜਾਂਚ ਦੌਰਾਨ ਇਸ਼ਤਿਹਾਰ ਜਾਰੀ ਕੀਤਾ ਹੈ। ਐਸਜੀਪੀਸੀ ਨੇ ਕਿਹਾ ਕਿ ਜੇਕਰ ਕੋਈ ਜਾਂਚ ਦੇ ਵਿੱਚ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਉਹ ਜਾਂਚ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਜਾਂਚ ਦੌਰਾਨ ਪਬਲਿਕ ਨੋਟਿਸ ਜਾਰੀ ਕੀਤਾ ਗਿਆ। ਉਧਰ ਪਟਿਆਲਾ ਦੇ ਪਿੰਡ ਕਲਿਆਣ ਦੇ ਗੁਰਦੁਆਰਾ ਸਾਹਿਬ ਤੋਂ ਸਰੂਪ ਚੋਰੀ ਹੋਣ ਨੂੰ ਲੈ ਕੇ ਅਕਾਲੀ ਦਲ ਵੱਲੋਂ ਦਿੱਤੇ ਧਰਨੇ ਨੂੰ ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਡਰਾਮਾ ਕਰਾਰ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ 267 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਧਰਨਾ ਕਿਉਂ ਨਹੀਂ ਦੇ ਰਿਹਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 5 ਸਰੂਪਾਂ ਬਾਰੇ ਫੈਲਾਈ ਜਾ ਰਹੀ ਅਫਵਾਹ ਤੋਂ ਸੰਗਤ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਤਲਵੰਡੀ ਸਾਬੋ ਦੇ ਵਿੱਚ ਜਥੇਦਾਰ ਨੇ ਕਿਹਾ ਅਜਿਹੀਆਂ ਅਫਵਾਹਾਂ ਦੇ ਨਾਲ ਝੂਠ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾ ਨੇ ਸੁੱਚਾ ਸਿੰਘ ਲੰਗਾ ਦੀ ਹਮਾਇਤ ਕਰਨ ਵਾਲਿਆਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਸੇਖਵਾ ਨੇ ਐਸਐਸਪੀ ਨੂੰ ਮੰਗ ਪੱਤਰ ਸੌਂਪਿਆ। ਕੇਰਲ ਦੇ ਵਿੱਚ ਵੱਡਾ ਪਲੇਨ ਹਾਦਸਾ ਵਾਪਰਿਆ। ਦੁਬਈ ਤੋਂ ਆ ਰਿਹਾ 에ਅਰ ਇੰਡੀਆ ਦਾ ਜਹਾਜ਼ ਲੈਂਡਿੰਗ ਵੇਲੇ ਕ੍ਰੈਸ਼ ਹੋ ਗਿਆ। ਹਾਦਸੇ ਦੇ ਵਿੱਚ 2 ਪਾਇਲਟ ਸਣੇ 19 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 24 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਹਾਜ਼ ਦੇ ਵਿੱਚ ਕੁੱਲ 190 ਲੋਕ ਸਵਾਰ ਸਨ। ਅਮਰੀਕਾ ਦੇ ਵਿੱਚ ਗੁਰਦਾਸਪੁਰ ਦੇ ਪਿੰਡ ਛੀਨਾ ਰੇਲਵਾਲਾ ਦੇ ਰਹਿਣ ਵਾਲੇ 29 ਸਾਲਾ ਮਨਜੀਤ ਸਿੰਘ ਦੀ ਮੌਤ ਹੋ ਗਈ। 3 ਸਾਲ ਪਹਿਲਾਂ ਅਮਰੀਕਾ ਗਏ ਮਨਜੀਤ ਸਿੰਘ ਦੀ ਨਦੀ ਵਿੱਚ ਡੁੱਬ ਰਹੇ 3 ਬੱਚਿਆਂ ਨੂੰ ਬਚਾਉਂਦੇ ਸਮੇਂ ਜਾਨ ਚਲੀ ਗਈ। ਪੀੜਤ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ। ਅੰਮ੍ਰਿਤਸਰ ਦੇ ਵਿੱਚ ਇੱਕ ਪਟਾਕਾ ਫੈਕਟਰੀ ਦੇ ਵਿੱਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਦੌਰਾਨ ਫੈਕਟਰੀ ਦੀ ਛੱਤ ਤੱਕ ਉੱਡ ਗਈ। ਫਿਲਹਾਲ ਕੋਈ ਨੁਕਸਾਨ ਦੀ ਖਬਰ ਨਹੀਂ ਹੈ। ਪਿਛਲੇ ਸਾਲ ਵੀ ਇੱਥੇ ਧਮਾਕਾ ਹੋਇਆ ਸੀ। ਸੋਨਾ ਦੇ ਪਿੰਡ ਸਰੋਲ ਦੀ ਢਾਣੀ ਦੇ ਵਿੱਚ ਇੱਕ ਨਸ਼ੇੜੀ ਪੁੱਤਰ ਨੇ ਮਾਂ ਦਾ ਕਤਲ ਕਰ ਦਿੱਤਾ। ਮਾਂ ਨੇ ਪੁੱਤਰ ਨੂੰ ਸ਼ਰਾਬ ਦੇ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮਨੀਲਾ ਦੇ ਵਿੱਚ ਮਾਨਸਾ ਦੇ 32 ਸਾਲਾ ਨੌਜਵਾਨ ਨੂੰ ਲੁਟੇਰਿਆਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਤਮ ਦੇ ਵਿੱਚ ਡੁੱਬੇ ਪਰਿਵਾਰ ਨੇ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਪਾਣੀਪਤ ਦੀ ਕੁਟਾਣੀ ਰੋਡ ਤੇ 40 ਸਾਲਾ ਸ਼ਖਸ ਦੀ ਲਾਸ਼ ਮਿਲਣ ਦੇ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਨੇ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਚਕੂਲਾ ਮਹਿਲਾ ਥਾਣਾ ਦੇ ਵਿੱਚ ਇੱਕ ਲੜਕੀ ਦੀ ਸ਼ਿਕਾਇਤ ਤੇ ਲੜਕੀ ਦੇ ਜੀਜੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਲੜਕੀ ਦੇ ਇਲਜ਼ਾਮ ਨੇ ਕਿ ਉਸਦੇ ਜੀਜੇ ਨੇ ਉਸਦੀ ਅਸ਼ਲੀਲ ਵੀਡੀਓ ਵਾਇਰਲ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਝੱਜਰ ਪੁਲਿਸ ਨੇ ਚਾਂਡਲੀ ਖੇਤਰ ਦੇ ਗੈਸਟ ਹਾਊਸ ਦੇ ਵਿੱਚ ਚੱਲ ਰਹੇ ਦੇ ਵਪਾਰ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ 2 ਮੁੰਡਿਆਂ ਸਮੇਤ 5 ਕੁੜੀਆਂ ਨੂੰ ਕਾਬੂ ਕੀਤਾ। ਅਯੋਧਿਆ ਦੇ ਵਿੱਚ ਰਾਮ ਮੰਦਿਰ ਭੂਮੀ ਪੂਜਨ ਤੋਂ ਪਹਿਲਾਂ ਵਿਰੋਧੀ ਬਿਆਨ
ਦੇਣ ਨੂੰ ਲੈ ਕੇ सांसद ਅਸਦੁਦੀਨ ਓਵੈਸੀ ਖਿਲਾਫ ਐਂਟੀ ਟੈਰਰਿਸਟ ਫਰੰਟ ਅਤੇ ਹਿੰਦੂ ਤਖਤ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਖਲ ਕੀਤੀ। ਅਪੀਲ ਦੇ ਵਿੱਚ ਕਿਹਾ ਗਿਆ ਹੈ ਕਿ सांसद ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। सांसद ਖਿਲਾਫ ਮਾਮਲਾ ਦਰਜ ਹੋ ਗਿਆ। ਭਵਾਨੀਗੜ੍ਹ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਚੋਰਾਂ ਨੇ ਤਬਾਹੀ ਮਚਾਈ ਹੋਈ ਹੈ। ਬਲਿਆਲ ਰੋਡ ਤੇ ਚੋਰ ਦੁਕਾਨ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ। ਕਰਨਾਲ ਦੇ ਸੈਕਟਰ 3 ਅਤੇ 6 ਦੇ ਵਿੱਚ ਬਦਮਾਸ਼ ਕਈ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਫਰਾਰ ਹੋ ਗਏ। ਪਿਛਲੇ ਕਈ ਦਿਨਾਂ ਤੋਂ ਗੱਡੀਆਂ ਤੇ ਹੋ ਰਹੇ ਨੁਕਸਾਨ ਨੂੰ ਲੈ ਕੇ ਲੋਕ ਬੇਹੱਦ ਪਰੇਸ਼ਾਨ ਨੇ। ਮੋਗਾ ਦੇ ਕਸਬਾ ਧਰਮਕੋਟ ਪੁਲਿਸ ਨੇ ਪਿੰਡ ਚੱਕ ਸਿੰਘਪੁਰਾ ਦੇ ਇੱਕ ਖੇਤ ਚੋਂ ਟਿਊਬ ਦੇ ਵਿੱਚ ਪਾ ਕੇ ਦੱਬੀ 100 ਲੀਟਰ ਦੇਸੀ ਕੱਚੀ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਾਜਪੁਰਾ ਦੀ ਬਸੰਤਪੁਰਾ ਪੁਲਿਸ ਨੇ ਸਰਹੰਦ ਬਾਈਪਾਸ ਤੇ ਨਾਕੇਬੰਦੀ ਦੌਰਾਨ ਕਾਰ ਵਿੱਚੋਂ 6000 ਨਸ਼ੀਲੀਆਂ ਗੋਲੀਆਂ ਸਮੇਤ 2 ਜਣਿਆਂ ਨੂੰ ਕਾਬੂ ਕੀਤਾ, ਜਿਨ੍ਹਾਂ ਨੂੰ ਅਦਾਲਤ ਨੇ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਉਧਰ ਫਤਿਹਾਬਾਦ ਪੁਲਿਸ ਨੇ 3000 ਨਸ਼ੀਲੀ ਗੋਲੀਆਂ ਸਮੇਤ ਇੱਕ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਪਿੰਡ ਤਾਮਸਪੁਰਾ ਦੇ ਰਹਿਣ ਵਾਲੇ ਨਿਰੰਦਰ ਪਾਲ ਵਜੋਂ ਹੋਈ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੀ ਵਾਅਦਾ ਖਿਲਾਫੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਸੁਨਾਮ ਦੇ ਵਿੱਚ ਧਰਨਾ ਦਿੱਤਾ। ਅਕਾਲੀਆਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਗਰੀਬਾਂ ਦੇ ਹੱਕ ਖੋਹ ਲਏ ਨੇ। ਜੋ ਚੋਣਾਂ ਦੇ ਵਿੱਚ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ ਗਏ। ਕੋਰੋਨਾ ਮਹਾਮਾਰੀ ਦੇ ਚੱਲਦੇ ਸਰਕਾਰ ਵੱਲੋਂ ਮਲੋਟ ਦੇ ਲੋਕਾਂ ਨੂੰ ਵੰਡੇ ਰਾਸ਼ਨ ਦੇ ਵਿੱਚ ਸੁਸਰੀ ਤੇ ਸੁੰਡੀਆਂ ਦੀ ਭਰਮਾਰ ਹੈ, ਜੋ ਪਸ਼ੂਆਂ ਦੇ ਖਾਣ ਲਾਇਕ ਵੀ ਨਹੀਂ ਹੈ। ਲੋਕਾਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਨੇ ਗਰੀਬਾਂ ਦੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਹੈ। ਕਿਸਾਨਾਂ ਤੇ ਆੜ੍ਹਤੀਆਂ ਨੇ ਮੰਗਾਂ ਦੇ ਸੰਬੰਧ ਦੇ ਵਿੱਚ ਸੰਗਰੂਰ ਦੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ। ਕਿਸਾਨਾਂ ਦਾ ਇਲਜ਼ਾਮ ਹੈ ਕਿ ਕੇਂਦਰ ਸਰਕਾਰ ਫਸਲਾਂ ਦਾ ਮੰਡੀਕਰਨ ਖਤਮ ਕਰ ਰਹੀ ਹੈ, ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਾਨਸਾ ਦੇ ਵਿੱਚ 3 ਜਥੇਬੰਦੀਆਂ ਵੱਲੋਂ ਮਜ਼ਦੂਰ ਔਰਤਾਂ ਦਾ ਕਰਜ਼ ਮਾਫ ਕਰਵਾਉਣ ਦੇ ਲਈ ਇੱਕ ਰੈਲੀ ਕੱਢੀ ਗਈ, ਜਿਸ ਦੇ ਵਿੱਚ ਪੰਜਾਬ ਭਰ ਤੋਂ ਮਜ਼ਦੂਰ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਫਾਈਨਾਂਸ ਕੰਪਨੀਆਂ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਹਰਿਆਣਾ ਸਿੱਖਿਆ ਬੋਰਡ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। 10ਵੀਂ ਦੀ ਦਿਵਿਆਂਗ ਵਿਦਿਆਰਥਣ ਨੂੰ ਗਣਿਤ ਦੀ ਪ੍ਰੀਖਿਆ ਦੇ ਵਿੱਚ ਸਿਰਫ 2 ਨੰਬਰ ਦਿੱਤੇ ਗਏ। ਰੀਚੈਕਿੰਗ ਹੋਣ ਤੇ ਉਸ ਨੂੰ ਪੂਰੇ 100 ਅੰਕ ਪ੍ਰਾਪਤ ਹੋਏ। ਮਾਸਕ ਨਾ ਪਾਉਣ ਵਾਲਿਆਂ ਖਿਲਾਫ ਮੋਗਾ ਪੁਲਿਸ ਨੇ ਵਿਸ਼ੇਸ਼ ਮੁਹਿੰਮ ਚਲਾਈ ਹੈ। ਹਦਾਇਤਾਂ ਨਾ ਮੰਨਣ ਵਾਲਿਆਂ ਨੂੰ 1 ਘੰਟਾ ਧੁੱਪ ਦੇ ਵਿੱਚ ਖੜਾ ਕੀਤਾ ਜਾ ਰਿਹਾ ਹੈ ਤੇ ਵਿਟਾਮਿਨ ਸੀ ਦੀਆਂ ਗੋਲੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਅਨਲੌਕ 3 ਦੇ ਵਿੱਚ ਭਾਵੇਂ ਸਾਰੀਆਂ ਦੁਕਾਨਾਂ ਖੁੱਲ ਗਈਆਂ ਨੇ, ਪਰ ਲੋਕਾਂ ਦੇ ਵਿੱਚ ਕੋਰੋਨਾ ਦਾ ਖੌਫ ਅਜੇ ਵੀ ਬਰਕਰਾਰ ਹੈ, ਜਿਸ ਕਾਰਨ ਜਲੰਧਰ ਦੇ ਬਾਜ਼ਾਰਾਂ ਦੇ ਵਿੱਚ ਗਾਹਕਾਂ ਦੀ ਗਿਣਤੀ ਬਹੁਤ ਘੱਟ ਹੈ ਤੇ ਦੁਕਾਨਦਾਰ ਖਾਲੀ ਹੱਥ ਹੀ ਘਰ ਜਾ ਰਹੇ ਨੇ। ਉਧਰ ਬਿਲਾਸਪੁਰ ਦੇ ਬਹਿਲ ਖੇਤਰ ਦੇ ਵਿੱਚ ਇੱਕ ਫੌਜੀ ਗਰੁੱਪ ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਕਰ ਰਿਹਾ ਹੈ। ਰਿਟਾਇਰਡ ਹੋ ਚੁੱਕੇ ਫੌਜੀਆਂ ਨੇ ਗਰੀਬ ਲੋਕਾਂ ਨੂੰ ਰਾਸ਼ਨ ਵੰਡਿਆ। ਅਗਲੀ ਖਬਰ ਕਾਂਗੜਾ ਤੋਂ ਆ ਰਹੀ ਹੈ। ਕਾਂਗੜਾ ਜ਼ਿਲ੍ਹੇ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਨੌਜਵਾਨ ਆਪਣੀ ਹੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਨੇ ਅਤੇ ਪ੍ਰਸ਼ਾਸਨ ਬਿਲਕੁਲ ਅਣਜਾਣ ਬਣਿਆ ਹੋਇਆ ਹੈ। ਤਸਵੀਰਾਂ ਲਾਪਰਵਾਹੀ ਦੀਆਂ ਨੇ, ਤਸਵੀਰਾਂ ਵੱਡੇ ਹਾਦਸੇ ਨੂੰ ਸੱਦਾ ਦੇਣ ਵਾਲੀਆਂ ਨੇ, ਤਸਵੀਰਾਂ ਪੁਲਿਸ ਨੂੰ ਨਿਯਮਾਂ ਨੂੰ ਟਿੱਚ ਜਾਣਨ ਵਾਲੀਆਂ ਨੇ। ਨਦੀ ਪਾਣੀ ਦੇ ਨਾਲ ਪੂਰੀ ਤਰ੍ਹਾਂ ਭਰੀ ਹੋਈ ਨਜ਼ਰ ਆ ਰਹੀ ਹੈ। ਛੱਲਾ ਮਾਰ ਰਿਹਾ ਪਾਣੀ ਇਸ ਦੀ ਗਵਾਹੀ ਭਰ ਰਿਹਾ ਹੈ। ਪਰ ਜੋ ਮਰਜ਼ੀ ਹੋ ਜੇ, ਅਸੀਂ ਤਾਂ ਪਾਣੀ 'ਚ ਤਾਰੀਆਂ ਲਾਵਾਂਗੇ। ਕੁਝ ਅਜਿਹਾ ਹੀ ਇਹ ਬੇਪਰਵਾਹ ਨੌਜਵਾਨ ਕਰ ਰਹੇ ਨੇ। ਪਹਿਲੀ ਛਾਲ, ਦੂਜੀ ਛਾਲ, ਤੀਜੀ ਛਾਲ, ਚੌਥੀ ਛਾਲ। ਵਾਰੀ-ਵਾਰੀ 4 ਨੌਜਵਾਨ ਨਦੀ 'ਚ ਛਾਲ ਮਾਰਦੇ ਨੇ, ਜਿਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਤੱਕ ਨਹੀਂ ਕਿ ਇਹ ਬੇਪਰਵਾਹੀ ਕਿੰਨੀ ਘਾਤਕ ਸਾਬਤ ਹੋ ਸਕਦੀ ਹੈ, ਜਾਨ ਨੂੰ ਜ਼ੋਖਮ ਦੇ ਵਿੱਚ ਪਾ ਸਕਦੀ ਹੈ। ਇੱਕ ਪਾਸੇ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਹੈ, ਨਦੀਆਂ ਨਾਲੇ ਤੇ ਦਰਿਆ ਪਾਣੀ ਦੇ ਨਾਲ ਨੱਕੋ ਨੱਕ ਭਰੇ ਹੋਏ ਨੇ, ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਪਰ ਲੱਗਦਾ ਹੈ ਕਿ ਇਹ ਨੌਜਵਾਨ ਇਹ ਸਭ ਤੋਂ ਅਣਜਾਣ ਨੇ। ਖਤਰਾ ਮੁੱਲ ਲੈ ਰਹੇ ਨੇ, ਖਤਰਾ ਅਜਿਹਾ ਜੋ ਕਾਲ ਬਣ ਸਕਦਾ ਹੈ। ਵੀਡੀਓ ਕਾਂਗੜਾ ਦੀ ਦੱਸੀ ਜਾ ਰਹੀ ਹੈ, ਜੋ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਨੌਜਵਾਨ ਪੁਲਿਸ ਨੂੰ ਟਿੱਚ ਜਾਣ ਰਹੇ ਨੇ, ਨਿਯਮਾਂ ਨੂੰ ਛਿੱਕੇ ਟੰਗ ਰਹੇ ਨੇ
ਤੇ ਦੂਜੇ ਪਾਸੇ ਪੁਲਿਸ ਅਜੇ ਜਾਂਚ ਦੀ ਗੱਲ ਕਰ ਰਹੀ ਹੈ। ਅਜੇ ਇਹੀ ਪਤਾ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਵੀਡੀਓ ਹੈ ਕਿੱਥੇ ਦੀ। ਇਸ ਬਾਰੇ ਤਫਤੀਸ਼ ਜਾਰੀ ਹੈ। ये वीडियो मुझे भी मिला है एंड मैंने अपने सभी पुलिस स्टेशंस को इस वीडियो को सर्कुलेट किया है ये वेरीफाई करने के लिए किस इलाके का है। तो अभी मैं सुनिश्चित तौर पे तो नहीं कह सकता हूँ कि कहाँ का है, लेकिन अगर हमारे क्षेत्र का किसी का भी होगा तो डेफिनेटली विल आइडेंटिफाई एंड जो भी प्रिवेंटिव इसमें मेजर्स लेने हैं वो हम तुरंत लेंगे। हम अवेयरनेस फैलाने की कोशिश करते हैं। रेगुलेट कर पाना बहुत आसान नहीं है, फिर भी जो बेस्ट पॉसिबल होता है इस वीडियो को भी मैं कोशिश करूंगा कि आइडेंटिफाई करें। और अगर कांगड़ा का है तो हम लोकल पंचायत प्रधान के माध्यम से लोगों को अवेयर करने की कोशिश करेंगे ताकि किसी तरह की जान माल का नुकसान ना हो। ਇਹ ਤਸਵੀਰਾਂ ਜਿੱਥੇ ਨੌਜਵਾਨਾਂ ਦੀ ਬੇਪਰਵਾਹੀ ਨੂੰ ਬਿਆਨ ਕਰਦੀਆਂ ਨੇ, ਉੱਥੇ ਹੋਰਨਾਂ ਨੂੰ ਵੀ ਸਾਵਧਾਨ ਕਰਦੀਆਂ ਨੇ ਕਿ ਅਜਿਹਾ ਕਦਮ ਤੁਹਾਡੇ ਲਈ ਘਾਤਕ ਹੋ ਸਕਦਾ ਹੈ, ਤੁਹਾਡੀ ਜਾਨ ਨੂੰ ਜ਼ੋਖਿਮ ਦੇ ਵਿੱਚ ਪਾ ਸਕਦਾ ਹੈ। ਸੋ ਅਜਿਹੀ ਸ਼ਾਨ ਤੋਂ ਦੂਰ ਰਹਿਣ ਦੇ ਵਿੱਚ ਹੀ ਭਲਾਈ ਹੈ। ਧਰਮਸ਼ਾਲਾ ਤੋਂ ਬਚਿੱਤਰ ਸ਼ਰਮਾ, ਨਿਊਜ਼ 18। ਹੁਣ ਖਬਰ ਰਿਵਾੜੀ ਤੋਂ। ਰਿਵਾੜੀ 'ਚ ਆਵਾਰਾ ਪਸ਼ੂਆਂ ਦਾ ਆਤੰਕ ਆਏ ਦਿਨ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਸਾਨ ਨੇ ਇੱਕ ਬੱਚੇ ਤੇ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ। ਸਾਨ ਨੇ ਬੱਚੇ ਤੇ ਔਰ ਵੱਡੇ ਉਸਦੇ ਭਰਾ ਤੇ ਉਸਨਾਂ ਨੂੰ ਜ਼ਖਮੀ ਕਰ ਦਿੱਤਾ। ਕੁਝ ਲੋਕਾਂ ਨੇ ਸਾਨ ਨੂੰ ਭਜਾ ਕੇ ਬੱਚੇ ਨੂੰ ਬਚਾ ਲਿਆ। ਹੁਣ ਤੱਕ ਦੀਆਂ ਤਸਵੀਰਾਂ 'ਚ ਤਾਂ ਸਭ ਠੀਕ ਠਾਕ ਹੀ ਨਜ਼ਰ ਆ ਰਿਹਾ ਹੈ। ਛੋਟਾ ਭਰਾ ਆਪਣੇ ਵੱਡੇ ਭਰਾ ਦੇ ਨਾਲ ਮਜ਼ੇ ਨਾਲ ਸੜਕ ਤੇ ਜਾ ਰਿਹਾ ਹੈ, ਪਰ ਇਸ ਤੋਂ ਬਾਅਦ ਦਾ ਮੰਜ਼ਰ ਤੁਹਾਡਾ ਦਿਲ ਦਹਿਲਾ ਦੇਵੇਗਾ। ਸੜਕ ਤੇ 3-4 ਸਾਨ ਨਜ਼ਰ ਆ ਰਹੇ ਨੇ। ਪੀਲੀ ਸ਼ਰਟ 'ਚ ਨਜ਼ਰ ਆ ਰਿਹਾ ਬੱਚਾ ਸਾਨ ਵੇਖ ਕੇ ਡਰ ਜਾਂਦਾ ਹੈ ਅਤੇ ਪਿੱਛੇ ਵੱਲ ਨੂੰ ਭੱਜਦਾ ਹੈ। ਬੱਚੇ ਨੂੰ ਭੱਜਦਾ ਵੇਖ ਅਚਾਨਕ ਇੱਕ ਸਾਨ ਉਸ ਤੇ ਹਮਲਾ ਬੋਲ ਦਿੰਦਾ ਹੈ। ਤਸਵੀਰਾਂ ਤੁਹਾਨੂੰ ਵਿਚਲਿਤ ਕਰ ਦੇਣਗੀਆਂ। ਸਾਨ ਲਗਾਤਾਰ ਬੱਚੇ ਤੇ ਹਮਲਾ ਕਰਦਾ ਰਹਿੰਦਾ ਹੈ। ਵੱਡਾ ਭਰਾ ਸਾਨ ਨੂੰ ਪਿੱਛੇ ਹਟਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਸਾਨ ਉਸ ਤੇ ਵੀ ਹਮਲਾ ਬੋਲ ਦਿੰਦਾ ਹੈ। चिल्ले जगह से रास्ता में गाय आ गई थी, फिर उसके मारी, फिर पीछे मार दी। फिर ये जी दुकान पे जा रहे थे चीज लेने और रास्ते में गाय खड़ी थी कि ये पीछे से सिर्फ जा रहे थे, तब गाय इनकी तरफ भागी मारने, इनको मारिए। इसको चोट हुई तो शुगर है, उसके सींग नहीं थे, सींग होते तो इसको जान से मार देती। ਇਹਨਾਂ ਨੂੰ ਕੁਝ ਰਾਹਗੀਰ ਮਦਦ ਦੇ ਲਈ ਅੱਗੇ ਆਉਂਦੇ ਨੇ ਅਤੇ ਇੱਟਾਂ ਤੇ ਡੰਡੇ ਮਾਰ ਕੇ ਸਾਨ ਨੂੰ ਪਿੱਛੇ ਹਟਾਉਂਦੇ ਨੇ। ਗਨੀਮਤ ਰਹੀ ਕਿ ਇਸ ਪੂਰੇ ਹਾਦਸੇ 'ਚ ਬੱਚੇ ਨੂੰ ਜ਼ਿਆਦਾ ਗੰਭੀਰ ਸੱਟਾਂ ਨਹੀਂ ਲੱਗੀਆਂ, ਪਰ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਸਿਸਟਮ ਦੀ ਲਾਪਰਵਾਹੀ ਕਾਰਨ ਇਸ ਮਾਸੂਮ ਦੀ ਜਾਨ ਤੇ ਬਾਣ ਆਈ। रेवाड़ी च आवारा पशुओं की समस्या तो लोग लंबे समय तो परेशान ने। मौजूदा विधायक चिरंजीव राव हर बार स्थानक लोगों को इस समस्या तो निजात दिवाउण दा भरोसा दिंदे ने। बुरा हाल है भाई साहब, कहीं चले जाओ आवारा पशु हर एक जगह मिलेंगे आपको। मोहल्ले में क्या, मेन रोड पे क्या, सड़कों पे कूड़े में मुंह मारती रहती गाय। बहुत केस हो लिया ऐसे हादसे, कई लोग जान गंवा चुके हैं। प्रशासन कोई कंट्रोल नहीं कर रहा। आवारा पशुओं को बाड़े च पहुंचाने के टेंडर भी कड्ढे जा चुके ने, पर इस समस्या इन्नी बढ़ चुकी है कि अज सड़कों ते शरेआम आवारा पशुओं की शक्ल च मौत घूम रही है। रेवाड़ी तो पवन, न्यूज़ 18। ਉਧਰ ਸੰਗਰੂਰ ਦੇ ਦਿੜਬਾ ਤੋਂ ਕੁਝ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ, ਜੋ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰ ਰਹੀਆਂ ਨੇ। ਇਹ ਚੀਖ ਕੇ ਦੱਸ ਰਹੀਆਂ ਨੇ ਕਿ ਲੋਕਾਂ ਦੀਆਂ ਜਾਨਾਂ ਨੂੰ ਕਿਸ ਤਰ੍ਹਾਂ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਹੈ, ਕਿਸੇ ਵੱਡੇ ਹਾਦਸੇ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਹ ਤਸਵੀਰਾਂ ਬੇहद ਹੈਰਾਨ ਕਰਨ ਵਾਲੀਆਂ ਨੇ। ਇਹ ਤਸਵੀਰਾਂ ਪ੍ਰਸ਼ਾਸਨ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀਆਂ ਨੇ।
ਇਹ ਤਸਵੀਰਾਂ ਇਲਜ਼ਾਮ ਲਗਾ ਰਹੀਆਂ ਨੇ ਕਿ ਲੋਕਾਂ ਦੀਆਂ ਜਾਨਾਂ ਨੂੰ ਜ਼ੋਖਿਮ ਦੇ ਵਿੱਚ ਪਾਇਆ ਜਾ ਰਿਹਾ ਹੈ, ਉਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਹ ਨਜ਼ਾਰਾ ਸੰਗਰੂਰ ਦੇ ਦੜਬਾ ਦਾ ਹੈ, ਜਿੱਥੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ। ਇੱਕ ਮੈਡੀਕਲ ਬਾਇਓ ਵੇਸਟ ਨੂੰ ਕਮਿਊਨਿਟੀ ਹੈਲਥ ਸੈਂਟਰ ਦੇ ਨੇੜੇ ਖੁੱਲੇ ਦੇ ਵਿੱਚ ਸੁੱਟਿਆ ਜਾ ਰਿਹਾ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਕਦਰ ਇਸਤੇਮਾਲ ਕੀਤੀਆਂ ਗਈਆਂ ਸਰਿੰਜਾਂ, ਦਵਾਈਆਂ, ਦਸਤਾਨੇ, ਇੱਥੇ ਸਭ ਦਾ ਢੇਰ ਲੱਗਿਆ ਹੋਇਆ ਹੈ, ਜੋ ਕਿ ਬੇहद ਖਤਰਨਾਕ ਸਾਬਤ ਹੋ ਸਕਦਾ ਹੈ। ਵੇਸਟ ਨੂੰ ਲੈ ਕੇ ਜਿਹੜਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁੱਖਾਂ ਵਿਖੇ ਪਹਿਲਾਂ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਬਣਿਆ ਸੀਗਾ, ਕਿਉਂਕਿ ਉੱਥੇ ਦੇ ਕੁਝ ਨਸ਼ੇੜੀ ਲੋਕਾਂ ਨੇ ਇੱਥੇ ਦੀਆਂ ਬਾਇਓ ਵੇਸਟ ਦੇ ਵਿੱਚੋਂ ਜਿਹੜੀਆਂ ਸਰਿੰਜਾਂ ਚੱਕੀਆਂ ਸੀਗੀਆਂ ਤੇ ਉਹਨਾਂ ਨੂੰ HIV ਤੇ ਜਿਹੜਾ ਹੈਪਾਟਾਈਟਸ ਜਿਹੜਾ ਹੋਇਆ ਸੀਗਾ। ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਉਣਾ ਚਾਹਾਂਗੇ ਦੜਬਾ ਵਿਖੇ, ਦੜਬਾ ਦੇ ਵਿੱਚ ਸਰਕਾਰੀ ਹਸਪੀਟਲ ਦੇ ਲਾਗੇ ਜਿਹੜਾ ਇੱਕ ਬਾਇਓ ਵੇਸਟ ਦਾ ਜਿਹੜਾ ਬਹੁਤ ਵੱਡਾ ਜ਼ਖੀਰਾ ਜਿਹੜਾ ਦੇਖਣ ਨੂੰ ਸਾਡੀ ਟੀਮ ਦੇ ਸਾਹਮਣੇ ਆਇਆ। ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਹੈਗੇ ਨੇ ਇੱਥੇ ਸਰਿੰਜਾਂ ਦਾ ਜਿਹੜਾ ਵੱਡਾ ਜ਼ਖੀਰਾ ਹੈ, ਹੋਰ ਜਿਹੜੇ ਇੰਜੈਕਸ਼ਨ ਨੇ, ਹੋਰ ਜਿਹੜਾ ਮੈਡੀਕਲ ਦਾ ਸਮਾਨ ਹੈ ਉਹ ਇੱਥੇ ਜਿਹੜਾ ਮੌਜੂਦ ਹੈਗਾ। ਇੱਥੇ ਜਦੋਂ ਸਾਡੀ ਟੀਮ ਨੇ ਦੜਬਾ ਦੇ SMO ਨੂੰ ਦੇ ਧਿਆਨ ਦੇ ਵਿੱਚ ਲਿਆਤਾ ਤਾਂ ਉਹਨਾਂ ਨੇ ਇੱਥੇ ਪਹੁੰਚ ਕੇ ਜਿਹੜੀ ਹੈਗੀ ਹੈ ਆਪਣੀ ਜਿਹੜੀ ਜਾਂਚ ਪੜਤਾਲ ਕੀਤੀ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ, ਕਰੀਬ 1 ਸਾਲ ਪਹਿਲਾਂ ਵੀ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਸੰਗਰੂਰ ਦੇ ਹੀ ਬਡਰੁੱਖਾਂ ਵਿਖੇ। ਇੱਥੇ ਵੀ ਬਾਇਓ ਵੇਸਟ ਜਿਵੇਂ ਕਿ ਦਵਾਈਆਂ ਅਤੇ ਸਰਿੰਜਾਂ ਨੂੰ ਖੁੱਲੇ ਦੇ ਵਿੱਚ ਸੁੱਟਿਆ ਗਿਆ ਸੀ, ਜਿਸ ਦਾ ਇਸਤੇਮਾਲ ਕਰ ਨੌਜਵਾਨ HIV ਤੇ ਹੈਪੇਟਾਈਟਸ ਵਰਗੀਆਂ ਭਿਆਨਕ ਬਿਮਾਰੀਆਂ ਦੀ ਲਪੇਟ ਦੇ ਵਿੱਚ ਆ ਗਏ ਸਨ। ਤੇ ਹੁਣ ਮਹਿਜ਼ 1 ਸਾਲ ਬਾਅਦ ਹੀ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਮੁੜ ਬਾਇਓ ਵੇਸਟ ਖੁੱਲੇ 'ਚ ਸੁੱਟਿਆ ਗਿਆ ਹੈ ਤੇ ਸ਼ਾਇਦ ਮੁੜ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿਸੇ ਮੰਦਭਾਗੀ ਘਟਨਾ ਦੇ ਵਾਪਰਨ ਦਾ। ਉਧਰ ਜਦੋਂ ਨਿਊਜ਼ 18 ਦੇ ਪੱਤਰਕਾਰ ਨੇ SMO ਮੈਡਮ ਨੂੰ ਇਸ ਬਾਬਤ ਜਾਣੂ ਕਰਵਾਇਆ ਤਾਂ ਉਹਨਾਂ ਮੌਕੇ ਦਾ ਜਾਇਜ਼ਾ ਲਿਆ ਅਤੇ ਕੀ ਕੁਝ ਕਿਹਾ, ਤੁਸੀਂ ਉਹ ਵੀ ਸੁਣੋ। ਨਹੀਂ, ਇਹ ਡੈਫੀਨੇਟਲੀ ਸਾਡੇ ਹਸਪਤਾਲ ਦਾ ਨਹੀਂ ਹੈ, ਕਿਉਂਕਿ ਸਾਡਾ ਤਾਂ ਪ੍ਰੋਪਰ ਬਾਇਓਮੈਡੀਕਲ ਵੇਸਟ ਦੇ ਵਿੱਚ ਹੀ ਜਿਹੜਾ ਸਾਰਾ ਡਿਸਪੋਜ਼ ਆਫ ਕੀਤਾ ਜਾ ਰਿਹਾ ਹੈ। ਤੇ ਮੈਂ ਬੜੀ ਧਿਆਨ ਦੇ ਨਾਲ ਨਜ਼ਦੀਕੀ ਦੇ ਆ ਕੇ ਸਾਰੇ ਇੰਜੈਕਸ਼ਨਸ ਦੇਖੇ ਨੇ। ਸਾਡੀ ਗਵਰਨਮੈਂਟ ਸਪਲਾਈ ਹੀ ਯੂਜ਼ ਹੁੰਦੀ ਹੈ, ਉਹਨਾਂ 'ਚੋਂ ਕੋਈ ਵੀ ਟੀਕਾ ਇਹੋ ਜਿਹਾ ਨਹੀਂ ਹੈ ਇੱਥੇ। ਔਰ ਮੌਕੇ ਤੇ ਕੁਝ ਸ਼ਰਾਬ ਦੀਆਂ ਬੋਤਲਾਂ ਵੀ ਪਈਆਂ ਦੇਖੀਆਂ ਗਈਆਂ ਨੇ। ਤੇ ਸਾਡਾ ਡੈਫੀਨੇਟਲੀ ਇਟ ਡਜ਼ ਨਾਟ ਬਿਲੋਂਗ ਟੂ ਦਾ ਕਮਿਊਨਿਟੀ ਹੈਲਥ ਸੈਂਟਰ ਦੜਬਾ। ਤੇ ਬਾਕੀ ਇਹਦੀ ਜਾਂਚ ਦੇ ਲਈ ਮੈਂ SHO ਸਾਹਿਬ ਨੂੰ ਫੋਨ ਕਰ ਦਿੱਤਾ ਹੈ ਤੇ ਮੌਕੇ ਤੇ ਉਹਨਾਂ ਨੂੰ ਬੁਲਾਇਆ ਹੈ ਤਾਂ ਕਿ ਇਹ ਕਿੱਥੋਂ ਸਿੱਟਿਆ ਜਾ ਰਿਹਾ ਹੈ ਉਸ ਦੇ ਸੋਰਸ ਨੂੰ ਦਾ ਪਤਾ ਲਗਾਇਆ ਜਾ ਸਕੇ। ਸੁਣਿਆ ਤੁਸੀਂ, SMO ਮੈਡਮ ਦਾ ਸਾਫ਼ ਕਹਿਣਾ ਸੀ ਕਿ ਇਹ ਬਾਇਓ ਵੇਸਟ ਤਾਂ ਸਾਡਾ ਹੈ ਹੀ ਨਹੀਂ। ਉਹਨਾਂ ਇਹ ਵੀ ਮੰਨਿਆ ਕਿ ਨਿਊਜ਼ 18 ਦੇ ਵੱਲੋਂ ਦੱਸੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ। ਤਾਂ ਸਵਾਲ ਇੱਥੇ ਇਹ ਉੱਠਦਾ ਹੈ ਕਿ ਆਖਿਰ ਇਹ ਸਭ ਆਇਆ ਕਿੱਥੋਂ? ਜਵਾਬ ਪਤਾ ਨਹੀਂ, ਪਰ ਇਹਨਾਂ ਜ਼ਰੂਰ ਪਤਾ ਹੈ ਕਿ ਸਥਾਨਕ ਲੋਕ ਬੇਹੱਦ ਡਰੇ ਹੋਏ ਨੇ। ਆ ਸਰਿੰਜਾਂ ਪਈਆਂ ਨੇ ਜੀ ਇੱਥੇ ਬਹੁਤ ਜ਼ਿਆਦਾ। ਪੰਜਾਬ ਸਰਕਾਰ ਵੱਲੋਂ ਬੈਨ ਇਹਨਾਂ ਦੇ ਉੱਤੇ ਵੀ ਇੱਥੇ ਡਾਕਟਰਾਂ ਨੇ ਲਿਆ ਕੇ ਇੱਥੇ ਸਿੱਟ ਰੱਖੀਆਂ ਨੇ ਜੀ। ਨਸ਼ੇੜੀ ਕੁਛ ਵੀ ਆਪਦੇ ਟੀਕੇ ਲਾਉਂਦੇ ਨੇ, ਇਹਨਾਂ ਨਾਲ ਬਹੁਤ ਨੁਕਸਾਨ ਹੈ ਜੀ ਇਹਨਾਂ ਦਾ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਸਵਾਲ ਖੜੇ ਹੁੰਦੇ ਨੇ। ਆਖਿਰ ਇੰਨੀ ਵੱਡੀ ਮਾਤਰਾ ਦੇ ਵਿੱਚ ਬਾਇਓ ਵੇਸਟ ਆਇਆ ਤਾਂ ਆਇਆ ਕਿੱਥੋਂ? 1 ਸਾਲ ਪਹਿਲਾਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਤੋਂ ਹੁਣ ਤੱਕ ਕੀ ਇਸ ਬਾਬਤ ਸਖਤੀ ਨਹੀਂ ਕੀਤੀ ਗਈ? ਜੇਕਰ ਨਹੀਂ ਤਾਂ ਕਿਉਂ ਨਹੀਂ? ਜੇਕਰ ਕੀਤੀ ਗਈ ਹੁੰਦੀ ਤਾਂ ਸ਼ਾਇਦ ਅਜਿਹਾ ਦੁਬਾਰਾ ਨਾ ਹੁੰਦਾ, ਲੋਕਾਂ ਦੀ ਸਿਹਤ ਨੂੰ ਜ਼ੋਖਿਮ ਦੇ ਵਿੱਚ ਨਾ ਪਾਇਆ ਜਾ ਰਿਹਾ ਹੁੰਦਾ। ਸੰਗਰੂਰ ਤੋਂ ਵਿਨੋਦ ਗੋਇਲ, ਨਿਊਜ਼ 18 ਪੰਜਾਬ। ਹੁਣ ਤੁਹਾਨੂੰ ਮਿਲਵਾਉਂਦੇ ਆ ਚੰਡੀਗੜ੍ਹ ਦੀ ਅਜਿਹੀ ਕੁੜੀ ਦੇ ਨਾਲ ਜਿਸ ਦੀਆਂ ਡਾਂਸ ਮੂਵਸ ਬਹੁਤ ਜ਼ਿਆਦਾ ਪਪੂਲਰ ਹੋ ਰਹੀਆਂ ਨੇ। ਚੰਡੀਗੜ੍ਹ ਦੀ ਜਾਨਵੀ ਜਿੰਦਲ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਹੋਇਆ ਹੈ। ਜਾਨਵੀ ਦੇ ਡਾਂਸ ਮੂਵਸ ਤੁਹਾਨੂੰ ਵੀ ਹੈਰਾਨ ਕਰ ਦੇਣਗੇ। ਚੰਡੀਗੜ੍ਹ ਦੀ 12 ਸਾਲਾ ਜਾਨਵੀ ਜਿੰਦਲ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਹੋਇਆ ਹੈ।
ਜਾਨਵੀ ਨੇ ਸਭ ਤੋਂ ਘੱਟ ਉਮਰ ਵਿੱਚ ਸਕੇਟਸ ਨਾਲ ਭੰਗੜਾ ਕਰਨ ਦਾ ਰਿਕਾਰਡ ਬਣਾਇਆ ਹੈ। ਸਕੇਟਸ ਪਾ ਕੇ ਭੰਗੜਾ ਕਰਦੀ ਜਾਨਵੀ ਦੇ ਡਾਂਸ ਮੂਵਸ ਤੁਹਾਨੂੰ ਵੀ ਹੈਰਾਨ ਕਰ ਦੇਣਗੇ। ਇਹ ਮਾਣ ਜਾਨਵੀ ਨੂੰ ਇਵੇਂ ਹੀ नहीं मिलिया, इस दे ਲਈ ਜਾਨਵੀ ने कड़ी मेहनत की है। मुझे 3 साल हो गए। मैं जब 9 की थी तब मैंने स्टार्ट किया था। हम डिकेथलॉन गए थे वैसे, तो वहाँ पे ना पापा ने मुझे स्केट्स में आके धक्का दे दिया। तो फर्स्ट टाइम पाए थे, तो वहाँ के वर्कर्स भी हैरान थे। मैं बिना किसी स्पोर्ट के, बिना गिरे, कुछ भी करे। 8 साल की उम्र तो प्रैक्टिस कर रही जान्हवी तो ही सुनो इस सफलता के पिछे की कहानी। पेरेंट्स ने काफ़ी सपोर्ट किया है। पापा सुबह ऑफिस होता था तो रात को जाकर सारे इस पे सर्च करना, मेरे को एक एक टिप बताना। मम्मा और दादी मेरी डाइट का काफ़ी ख्याल रखते थे क्योंकि इसमें डाइट काफ़ी चाहिए होती है। और पापा काफ़ी सारे कॉन्टैक्ट ढूंढते थे कि इससे हेल्प मिले इसके रिलेटेड ही। ਜਾਨਹਵੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਉਸਦੇ ਪਿਤਾ ਦਾ ਵੱਡਾ ਯੋਗਦਾਨ ਹੈ। ਪਿਤਾ ਚਾਹੁੰਦੇ ਸਨ ਕਿ ਜਾਨਹਵੀ ਕੁਝ ਖਾਸ ਕਰੇ ਅਤੇ ਇਸ ਦੇ ਲਈ ਹਰ ਸਹੂਲਤ ਉਸ ਨੂੰ ਮੁਹੱਈਆ ਕਰਾਈ ਗਈ। हमेशा कभी भी ये गिरती थी ना, ये डरती नहीं थी। गिरने से इसने कभी नहीं सीखा ही नहीं कि डर क्या होता है। और प्लस शुरू से ही मतलब इसका ये रहा कि हाँ, मुझे अगर करवा रहे हो कुछ, अगर कोई स्ट्रेंथ की एक्सरसाइज करवा रहे हो, कोई भी चीज़ करवा रहे हो, पेन होगी आप और करवाओ। मैं इस चीज़ को पूरा कंप्लीट करना चाहती हूँ, बेशक कुछ भी हो। ਜਾਨਹਵੀ ਜਿੰਦਲ ਦਾ ਇਰਾਦਾ ਭਵਿੱਖ ਵਿੱਚ ਹੋਰ ਕਈ ਰਿਕਾਰਡਸ ਬਣਾਉਣ ਦਾ ਹੈ। मैं नया ये करना चाहती हूँ कि इंडिया ने फ्री स्टाइल कैटेगरी में कभी भी मेडल नहीं जीत पाए, तो मैं चाहती हूँ कि मैं इंडिया को पहला मेडल दिलाऊँ फ्री स्टाइल कैटेगरी में, और वो भी गोल्ड। इंडिया बुक ऑफ रिकॉर्ड्स ਵਿੱਚ ਜਾਨਹਵੀ ਨੂੰ 2 ਸਪੈਸ਼ਲ ਕੈਟਾਗਰੀ ਥਾਂ ਮਿਲੀ ਹੈ। ਜਾਨਹਵੀ ਇਸ ਤੋਂ ਪਹਿਲਾਂ ਵੀ ਕਈ ਅਵਾਰਡਸ ਆਪਣੇ ਨਾਂ ਕਰ ਚੁੱਕੀ ਹੈ। ਜਾਨਹਵੀ 2019 ਦੀ ਨੈਸ਼ਨਲ ਸਕੇਟਸ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਵੀ ਹਾਸਿਲ ਕਰ ਚੁੱਕੀ ਹੈ। ਚੰਡੀਗੜ੍ਹ ਤੋਂ ਮਨੋਜ ਰਾਠੀ ਦੇ ਨਾਲ ਬਿਊਰੋ ਰਿਪੋਰਟ ਨਿਊਜ਼ 18।